ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ, ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਵਿਸ਼ਵ ਭਰ ਦੀਆਂ ਸੰਗਤਾਂ ਸ਼ਰਧਾ ਸਤਿਕਾਰ ਨਾਲ ਮਨਾ ਰਹੀਆਂ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਅੱਜ ਦੀ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਜੀ, ਜਿਹਨੇ ਕਿ ਹੁਣੇ ਇੰਗਲੈਂਡ ਦਾ ਟੂਰ ਜਿਹੜਾ ਆ ਉਹ ਲਗਾ ਕੇ ਆਏ ਨੇ, ਇੱਥੇ ਵੀ ਸੰਗਤਾਂ ਦੀ ਸੇਵਾ ਜਿਹੜੀ ਆ ਉਹ ਕਰਕੇ ਆਏ ਨੇ ਤੇ ਅੱਜ ਸੰਗਤਾਂ ਨੂੰ ਇੱਥੋਂ ਵੀ ਭਾਰਤ ਤੋਂ ਵੀ ਪੰਜਾਬ ਤੋਂ ਵੀ ਇਤਿਹਾਸ ਦੇ ਨਾਲ ਜੋੜਨ ਗਿਆ ਉਹ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਸੰਗਤਾਂ ਦੇ ਨਾਲ ਸਾਂਝ ਪਾਓ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਤੇ ਮਾਤਾ ਪਿਤਾ ਦੇ ਬਾਬਤ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਤੱਕ ਪਹੁੰਚਾਓ। ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਹੋਈਆਂ ਸਾਰੀਆਂ ਹੀ ਨਾਨਕ ਨਾਮ ਦੇ ਵਸਨੀਕਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਦੇ ਪ੍ਰਥਾਏ ਗੁਰਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਆਗਮਨ ਪ੍ਰਕਾਸ਼ ਜਿਹੜਾ ਹੈ ਉਹ ਲਾਹੌਰ ਸ਼ਹਿਰ ਦੇ ਵਿੱਚ ਇੱਕ ਇਲਾਕਾ ਹੈ ਜਿਸ ਨੂੰ ਕਹਿੰਦੇ ਹਨ ਚੂਨਾ ਮੰਡੀ ਜੀ। ਚੂਨਾ ਮੰਡੀ ਇਲਾਕੇ ਦੇ ਵਿੱਚ ਸਤਿਕਾਰਯੋਗ ਮਾਤਾ ਪਿਤਾ ਦੇ ਗ੍ਰਹਿ ਵਿਖੇ ਇਹਨਾਂ ਦਾ ਪ੍ਰਕਾਸ਼ ਹੋਇਆ। ਪਿਤਾ ਦਾ ਨਾਮ ਸੀ ਹਰੀਦਾਸ ਸੀ, ਮਾਤਾ ਦਾ ਨਾਮ ਦਇਆ ਕੌਰ ਜੀ ਹੈ ਔਰ 1534 ਦੇ ਵਿੱਚ ਸਤੰਬਰ ਮਹੀਨੇ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦਾ ਆਗਮਨ ਹੋਣਾ ਹੋਇਆ ਹੈ ਜੀ। ਜੀ ਗੁਰੂ ਸਾਹਿਬ ਦਾ ਬਚਪਨ ਫਿਰ ਕਿਵੇਂ ਜਿਹੜਾ ਆ ਉਹ ਬੀਤਦਾ ਆ? ਜੇ ਅਸੀਂ ਸਮਾਜਿਕ ਨਿਗਾਹ ਦੇ ਨਾਲ ਦੇਖੀਏ ਤੇ ਬਚਪਨ ਜਿਹੜਾ ਹੈ ਉਹ ਬਹੁਤਾ ਵਧੀਆ ਨਹੀਂ ਗੁਜ਼ਰਿਆ ਜੀ, ਕਿਉਂਕਿ ਸਮਾਜ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸਾਡੇ ਬੱਚਿਆਂ ਦੇ ਕੋਲ ਮਾਤਾ ਪਿਤਾ ਹੋਵਣ, ਮਾਤਾ ਪਿਤਾ ਦੇ ਨਾਲ ਉਹਨਾਂ ਦੇ ਕੋਲ ਜ਼ਿੰਦਗੀ ਜਿਉਣ ਦੇ ਹਰ ਇੱਕ ਵਸੀਲਾ ਉਹਨਾਂ ਦੇ ਕੋਲ ਹੋਵੇ ਜੀ। ਐਜੂਕੇਸ਼ਨ ਬਾਰੇ ਅਸੀਂ ਸੋਚਦੇ ਹਾਂ, ਉਹਨਾਂ ਦੀ ਖੇਡ ਬਾਰੇ ਸੋਚਦੇ ਹਾਂ, ਉਹਨਾਂ ਦੇ ਰਹਿਣ ਸਹਿਣ ਬਾਰੇ ਸੋਚਦੇ ਹਾਂ। ਸਮਾਜਿਕ ਦ੍ਰਿਸ਼ਟੀਕੋਣ ਜੇ ਦੇਖੀਏ ਤੇ ਇਹ ਕੋਈ ਵੀ ਇਸ ਤਰ੍ਹਾਂ ਦਾ ਹੀਲਾ ਵਸੀਲਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਕਾਰਜ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਪਨ ਦੇ ਵਿੱਚ ਨਹੀਂ ਸੀ ਮਿਲਿਆ ਉਹਨਾਂ ਨੂੰ ਕਿ ਬਹੁਤ ਛੋਟੀ ਆਰਬਲਾ ਸੀ। ਵਿਦਵਾਨ ਕਹਿੰਦੇ ਨੇ ਤਕਰੀਬਨ 2 ਸਾਲ ਤੋਂ ਉੱਪਰ ਦੀ ਆਰਬਲਾ ਹੈ ਜੀ। ਤੇ ਜਦੋਂ ਮਾਤਾ ਦਇਆ ਕੌਰ ਦੀ ਚੜ੍ਹਾਈ ਕਰ ਜਾਂਦੇ ਨੇ ਜੀ ਤੇ 5 ਸਾਲ ਦੀ ਉਮਰ ਦੇ ਵਿੱਚ ਪਿਤਾ ਦੀ ਚੜ੍ਹਾਈ ਕਰ ਜਾਂਦੇ ਨੇ। ਸੋ ਬਚਪਨ ਜਿਹੜਾ ਸੀ ਉਹ ਬਹੁਤ ਔਖੇ ਵਿਖੜੇ ਪੈਂਡਿਆਂ ਦੇ ਵਿੱਚੋਂ ਲੰਘਣ ਵਾਲਾ ਜਿਹੜਾ ਸਮਾਂ ਹੈ ਜੀ। ਫਿਰ ਛੋਟੀ ਜੀ ਉਮਰ ਦੇ ਵਿੱਚ ਹੀ ਮਾਤਾ ਤੇ ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਨਾਨੀ ਜਿਹੜੇ ਨੇ ਜੀ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਜਿਹਦਾ ਨਾਮ ਹੈ ਬਾਸਰ ਕੇ ਕਿੱਲਾ ਜੀ, ਉੱਥੋਂ ਦੇ ਰਹਿਣ ਵਾਲੇ ਨਾਨੀ ਜੀ ਸਨ। ਉਹ ਛੋਟੀ ਉਮਰ ਦੇ ਵਿੱਚ ਹੀ ਜਦੋਂ ਦੇਖਿਆ ਕਿ ਮਾਤਾ ਦਾ ਸਾਇਆ ਵੀ ਬਚਪਨ ਦੇ ਵਿੱਚੋਂ ਉੱਠਿਆ, ਪਿਤਾ ਦਾ ਸਾਇਆ ਜਦੋਂ ਉੱਠ ਗਿਆ ਤੇ ਕੋਈ ਵੀ ਰਿਸ਼ਤੇਦਾਰ, ਕੋਈ ਸਾਕ ਸੰਬੰਧੀ ਨਹੀਂ ਸੀ ਕਿ ਜਿਹੜਾ ਉਹਨਾਂ ਦੀ ਬਾਹ ਫੜ ਲੈਂਦਾ, ਜਿਹੜਾ ਉਹਨਾਂ ਨੂੰ ਸਹਾਰਾ ਦਿੰਦਾ, ਉਹਨਾਂ ਦੇ ਜੀਣ ਦੇ ਵਸੀਲੇ ਕੋਈ ਪੈਦਾ ਕਰ ਦਿੰਦਾ ਜੀ। ਤੇ ਨਾਨੀ ਜੀ ਫਿਰ ਲਾਹੌਰ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਚਪਨ ਦੇ ਵਿੱਚ ਹੀ ਲੈ ਕਰਕੇ ਤੇ ਬਾਸਰ ਕੇ ਨਗਰ ਦੇ ਵਿੱਚ ਆ ਜਾਂਦੇ ਨੇ ਜੀ। ਫਿਰ ਇੱਥੇ ਆ ਕੇ ਉਹਨਾਂ ਨੇ ਹੱਥੀਂ ਜਿਹੜਾ ਸੀ ਉਹ ਕਿਰਤ ਸ਼ੁਰੂ ਕੀਤੀ ਜੀ। ਇਤਿਹਾਸ ਬਹੁਤ ਪਿਆਰੀਆਂ ਸਾਖੀਆਂ ਮਿਲਦੀਆਂ ਨੇ ਜੀ ਕਿ ਜਿਸ ਦਿਨ ਘਰੇ ਪਹੁੰਚਦੇ ਨੇ ਤੇ ਨਾਨੀ ਨੇ ਦੋਤੇ ਨੂੰ ਆਖਿਆ ਕਿ ਪੁੱਤ ਤੂੰ ਬਾਹਰ ਜਾ ਕੇ ਕੁਝ ਖੇਡਿਆ, ਤੇਰਾ ਮਨ ਹਲਕਾ ਹੋਵੇਗਾ। ਮੈਂ ਥੋੜਾ ਚਿਰ ਘਰ ਦਾ ਜਿਹੜਾ ਵਾ ਉਹ ਕੰਮ ਕਰ ਲੈਣੀ ਹੈ। ਗੁਰੂ ਰਾਮਦਾਸ ਮਹਾਰਾਜ ਘਰੋਂ ਬਾਹਰ ਖੇਡਣ ਵਾਸਤੇ ਗਏ ਤੇ ਥੋੜੇ ਚਿਰ ਬਾਅਦ ਆ ਕੇ ਫਿਰ ਮੰਜੇ ਤੇ ਬੈਠੇ ਤੇ ਨਾਨੀ ਇੱਕਦਮ ਜਿੱਦਾਂ ਘਬਰਾ ਕੇ ਕੋਲ ਗਏ ਕਿ ਕਿਸੇ ਨੇ ਕੁਝ ਆਖਿਆ ਨਾ ਹੋਵੇ ਜਾਂ ਹੋ ਸਕਦਾ ਹੈ ਕਿ ਬੱਚੇ ਨਵਾਂ ਜਾਣ ਕਰਕੇ ਕਿ ਬਾਹਰੋਂ ਕੋਈ ਆਇਆ, ਕਿਸੇ ਨੇ ਕੁਝ ਇਲਤ ਕੋਈ ਬੁਰਾ ਬਚਨ ਨਾ ਕਿਹਾ ਹੋਵੇ ਜੀ। ਕੋਲ ਜਾ ਕੇ ਪੁੱਛਿਆ, ਕਹਿੰਦੇ ਪੁੱਤ ਤੂੰ ਖੇਡਣ ਗਿਆ ਸੀ, ਖੇਡ ਕੇ ਨਹੀਂ ਆਇਆ ਕਿ ਅਜੇ ਤੇਰੀ ਦੋਸਤੀ ਨਹੀਂ ਹੋਈ ਹੋਣੀ ਨਾ ਕਿਸੇ ਨਾਲ ਜੀ। ਤੇ ਵਿਦਵਾਨ ਲਿਖਦਾ ਹੈ ਕਿ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਹੀਂ, ਦੋਸਤੀ ਤੇ ਹੋ ਗਈ ਸੀ, ਬੱਚਿਆਂ ਨੇ ਖਿਡੌਣਾ ਤੇ ਸ਼ੁਰੂ ਕਰ ਦਿੱਤਾ ਸੀ, ਪਰ ਉਹਨਾਂ ਦੀਆਂ ਮਾਵਾਂ ਆਈਆਂ ਤੇ ਆਪਣੇ ਬੱਚਿਆਂ ਨੂੰ ਬਾਹੋਂ ਫੜਿਆ ਤੇ ਘਰੇ ਵਾਪਸ ਲੈ ਗਈਆਂ। ਕਹਿੰਦੇ ਕਿਉਂ? ਕਹਿੰਦੀ ਉਹ ਜਾਂਦਿਆਂ ਹੋਈਆਂ ਇਹ ਕਹਿ ਕੇ ਗਈਆਂ ਸੀ ਕਿ ਇਹ ਜੇਠੇ ਨੇ ਆਪਣੇ ਮਾਂ ਪਿਓ ਖਾ ਲਏ ਨੇ, ਇਹਦੇ ਮੱਥੇ ਲੱਗਣਾ ਵੀ ਮਾੜੀ ਗੱਲ ਹੈ, ਇਸ ਕਰਕੇ ਇਹਦੇ ਨਾਲ ਤੁਸੀਂ ਨਹੀਂ ਖੇਡਣਾ। ਜੇ ਤੁਸੀਂ ਇਹਦੇ ਨਾਲ ਖੇਡੋਗੇ ਤੇ ਤੁਹਾਡੀ ਕਿਸਮਤ ਵੀ ਖਰਾਬ ਹੋ ਜਾਏਗੀ। ਤੇ ਉਹ ਭਾਵਪੂਰਕ ਬਚਨ ਸਨ ਕਿ ਨਾਨੀ ਮੇਰਾ ਮੱਥਾ ਇੰਨਾ ਹੀ ਮਾੜਾ ਹੈ ਕਿ ਕੋਈ ਲੱਗਣਾ ਨਹੀਂ ਚਾਹੁੰਦਾ।
ਤੇ ਨਾਨੀ ਛਾਤੀ ਨਾਲ ਲਾ ਕੇ ਦੋਤੇ ਨੂੰ ਆਖਦੀ, ਨਹੀਂ ਤੇਰਾ ਮੱਥਾ ਤੇ ਬੜਾ ਸੋਹਣਾ ਹੈ, ਤੇ ਮੈਂ ਤੇ ਇਹ ਅਰਦਾਸ ਕਰਦੀ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥੇ ਲੱਗ ਕੇ ਲੋਕਾਂ ਦਾ ਦਿਨ ਸ਼ੁਰੂ ਹੋਇਆ ਕਰੇ। ਜੀ। ਤੇ ਅੱਜ ਦੇਖੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੱਥੇ ਲੱਗ ਕੇ ਹੀ ਸਾਰੀ ਸਿੱਖ ਸੰਗਤ ਦਾ, ਸਮੁੱਚੇ ਨਾਨਕ ਨਾਮ ਲੇਵਾ ਸੰਗਤਾਂ ਦਾ, ਭਾਵੇਂ ਦੁਨੀਆ ਦੇ ਵਿੱਚ ਲੱਖਾਂ ਗੁਰਦੁਆਰੇ ਨੇ ਜੀ, ਪਰ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸਰਵਣ ਕਰੀਏ, ਜੀ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ। ਜੀ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਅਸਥਾਨ ਦੇ ਦਰਸ਼ਨਾਂ ਵਾਸਤੇ ਸਿੱਖ ਅਰਦਾਸ ਵੀ ਰੋਜ਼ ਕਰਦਾ ਹੈ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਬਚਪਨ ਜਿਹੜਾ ਸੀ ਬਹੁਤ ਹੀ ਮੁਸ਼ਕਲਾਂ ਭਰਿਆ ਬਚਪਨ ਸੀ ਕਿ ਜਿਸ ਸਮੇਂ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਬੱਚਾ ਸਾਡੇ ਨੂੰ ਖੇਡਣਾ ਚਾਹੀਦਾ ਹੈ, ਬੱਚੇ ਸਾਡੇ ਵਾਸਤੇ ਐਜੂਕੇਸ਼ਨ ਵਿੱਦਿਆ ਜ਼ਰੂਰੀ ਹੈ, ਬਿਲਕੁਲ ਉਸ ਉਮਰ ਦੇ ਵਿੱਚ ਸਿਰ ਦੇ ਉੱਤੇ ਟੋਕਰੀ ਰੱਖ ਕੇ ਘੁੰਗਰੀਆਂ, ਉਹ ਛੋਟੇ ਛੋਟੇ ਹੱਥਾਂ ਦੇ ਨਾਲ ਘੁੰਗਰੀਆਂ ਵੇਚਣ ਦਾ ਜਿਹੜਾ ਕਾਰਜ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਕਰਨਾ ਕੀਤਾ ਜੀ। ਸੋ ਬਿਲਕੁਲ ਬਹੁਤ ਅੱਛੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ, ਕਿਉਂਕਿ ਇਹ ਹੁੰਦਾ ਹੈ ਕਿ ਸਮਾਜ ਦੇ ਵਿੱਚ ਲੋਕ ਜਿਹੜੇ ਉਹਨਾਂ ਦੀ ਸੋਚ ਕਿਵੇਂ ਦੀ ਹੁੰਦੀ ਆ। ਸੋ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਜੀ ਸੀ, ਉਹ ਵੀ ਜਦੋਂ ਇੱਥੇ ਬਾਸਰ ਕੇ ਗੱਲਾਂ ਆਪਣੇ ਨਾਨਕੇ ਪਿੰਡ ਆਏ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ, ਪਰ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਉਹਨਾਂ ਨੇ ਆਪਣੇ ਜੀਵਨ ਦੀ ਜਿਹੜੀ ਉਹ ਸ਼ੁਰੂਆਤ ਕੀਤੀ। ਤੇ ਫਿਰ ਸਿੰਘ ਸਾਹਿਬ ਜੀ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਘੁੰਗਣੀਆਂ ਵੇਚਣ ਦਾ ਕਾਰਜ ਜਿਹੜਾ ਆ ਉਹ ਸ਼ੁਰੂ ਕੀਤਾ, ਤੇ ਫਿਰ ਗੁਰੂ ਸਾਹਿਬ ਦੇ ਨਾਲ ਮਿਲਾਪ ਜਿਹੜਾ ਆ, ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਮਿਲਾਪ ਜਿਹੜਾ ਆ ਉਹ ਕਿਵੇਂ ਉਹਨਾਂ ਦਾ ਹੁੰਦਾ ਆ, ਤਾਂ ਫਿਰ ਕਿਵੇਂ ਉਧਰਲੇ ਪਾਸੇ ਉਹਨਾਂ ਦੀ ਲਿਵ ਜੁੜਦੀ ਆ? ਇਹ ਦੇਖੋ ਜੀ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾ ਅਸੀਂ ਬਾਣੀ 'ਚ ਇੱਕ ਪੰਕਤੀ ਲਿਖਦੇ ਨੇ ਮਹਾਰਾਜ ਜੀ। ਮਹਾਰਾਜ ਪਹਿਲੋਂ ਲਿਖਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਜੀ। ਤੇ ਨਾਲ ਹੀ ਮਹਾਰਾਜ ਲਿਖਦੇ ਨੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜੀ। ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਲਾਹੌਰ ਤੋਂ ਅੰਮ੍ਰਿਤਸਰ ਦਾ ਜੀਵਨ ਹੈ। ਜੀ। ਅੰਮ੍ਰਿਤ ਦਾ ਅੰਦਰਲੀ ਪ੍ਰਾਪਤੀ ਹੋ ਜਾਣੀ, ਅੰਮ੍ਰਿਤ ਦੇ ਸੋਮੇ ਦੇ ਨਾਲ ਜੁੜ ਜਾਣਾ। ਜੀ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਹਿਲੀ ਮਿਲਣੀ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਹੈ, ਉਹ ਬਾਸਰ ਕੇ ਪਿੰਡ ਦੇ ਵਿੱਚ ਹੀ ਹੁੰਦੀ ਹੈ। ਅੱਛਾ ਜੀ। ਕਿਉਂਕਿ ਬਾਸਰ ਕੇ ਪਿੰਡ ਜਿਹੜਾ ਹੈ, ਇਸੇ ਨਗਰ ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਜੀ। ਮਹਾਰਾਜ ਜੀ ਦਾ ਜੱਦੀ ਪਿੰਡ ਹੈ। ਜੀ। ਤੇ ਨਾਨੀ ਜਿਹੜੇ ਨੇ ਉਹ ਵੀ ਇਸੇ ਪਿੰਡ ਦੇ ਨੇ। ਔਰ ਪੁਰਾਣੇ ਸਮਿਆਂ 'ਚ ਸੁਭਾਵਿਕ ਜੀ ਗੱਲ ਹੁੰਦੀ ਸੀ ਕਿ ਜਦੋਂ ਕਿਸੇ ਦੇ ਘਰੇ ਕੋਈ ਚੜ੍ਹਾਈ ਕਰ ਜਾਂਦਾ ਸੀ ਤੇ ਪਿੰਡ ਦੇ ਬਹੁਤ ਸਾਰੇ ਲੋਕ ਅਫਸੋਸ ਕਰਨ ਵਾਸਤੇ ਵੀ ਆਉਂਦੇ ਸੀ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਅਜੇ ਗੁਰੂ ਨਹੀਂ ਬਣੇ, ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਜਾ ਚੁੱਕੇ ਨੇ। ਜੀ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਉਸ ਵੇਲੇ ਨਾਨੀ ਨੂੰ ਮਿਲਣ ਵਾਸਤੇ ਆਏ ਨੇ। ਅਫਸੋਸ ਕੀਤਾ ਹੈ ਕਿ ਤੁਹਾਡਾ ਪਹਿਲਾਂ ਬੇਟੀ ਚੜ੍ਹਾਈ ਕੀਤੀ, ਤੁਹਾਡਾ ਦਿਮਾਗ ਚੜ੍ਹਾਈ ਕਰ ਗਿਆ। ਤੇ ਉਸ ਵੇਲੇ ਭਾਈ ਜੇਠਾ ਜੀ ਨੂੰ ਵੀ ਦੇਖਿਆ ਜੀ, ਤੇ ਅਸੀਸ ਦੇ ਕੇ ਸਿਰ ਦੇ ਉੱਤੇ ਹੱਥ ਰੱਖ ਕੇ ਵੀ ਕਿਹਾ ਕਿ ਕੋਈ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਚੜ੍ਹਦੀ ਕਲਾ ਕਰਨਗੇ, ਗੁਰੂ ਨਾਨਕ ਦੇਵ ਮਹਾਰਾਜ ਰੱਖਣਗੇ। ਸੋ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਨੇ। ਜੀ। ਸੋ ਇਹ ਪਹਿਲਾ ਮਿਲਾਪ ਸੀ। ਜੀ। ਉਸ ਤੋਂ ਬਾਅਦ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਹੁਕਮ ਸੀ ਕਿ ਇੱਕ ਨਗਰ ਵਸਾਉਣਾ ਹੈ, ਤੇ ਉਹ ਬਿਲਕੁਲ ਗੋਇੰਦਵਾਲ ਦਾ ਜਿਹੜਾ ਦਰਿਆ ਦਾ ਕੰਢਾ ਹੈ ਉੱਥੇ ਵਸਾਉਣਾ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਉਹ ਨਗਰ ਜਿਹੜਾ ਸੀ ਉਹ ਗੋਇੰਦੇ ਤੋਂ ਜਗ੍ਹਾ ਖਰੀਦ ਕਰਕੇ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੇ ਵਸਾਉਣਾ ਕੀਤਾ। ਜੀ। ਫਿਰ ਜਦੋਂ ਉਸ ਨਗਰ ਨੂੰ ਵਸਾਇਆ, ਸਤਿਗੁਰੂ ਮਹਾਰਾਜ ਜੀ ਨੇ ਆਪਣਾ ਪਰਿਵਾਰ, ਆਪਣੇ ਦੋਨੋਂ ਪੁੱਤਰ ਨੇ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, 2 ਬੱਚੀਆਂ ਨੇ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਜੀ, ਔਰ ਜੋ ਹੋਰ ਵੀ ਆਸ-ਪਾਸ ਦੇ ਰਿਸ਼ਤੇਦਾਰ ਸਨ, ਬਹੁਤ ਸਾਰੇ ਲੋਕ ਜਿਹੜੇ ਸੀ ਬਾਸਰ ਕੇ ਨਗਰ ਤੋਂ ਫਿਰ ਗੋਇੰਦਵਾਲ ਸਾਹਿਬ ਚਲੇ ਗਏ ਸੀ। ਜੀ। ਉਹਨਾਂ ਪਰਿਵਾਰਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੀ ਸਨ ਤੇ ਉਹਨਾਂ ਦੇ ਨਾਨੀ ਜੀ ਵੀ ਸਨ। ਜੀ। ਇਹ ਇਸ ਮਨੋਰਥ ਨਾਲ ਵੀ ਗਏ ਸੀ, ਇੱਕ ਤਾਂ ਕਿ ਸਿੱਖੀ ਦਾ ਕਾਰਜ ਹੈ, ਇੱਕ ਸਾਡੇ ਪਿੰਡ ਦੇ ਰਹਿਣ ਵਾਲੇ ਨੇ ਗੁਰੂ ਅਮਰਦਾਸ ਮਹਾਰਾਜ। ਜੀ। ਦੂਸਰਾ ਇਹ ਕਿ ਉਹ ਸ਼ਾਹੀ ਸੜਕ ਬਣਦੀ ਸੀ। ਜੀ। ਜਦੋਂ ਦਿੱਲੀ ਤੋਂ ਲਾਹੌਰ ਜਾਇਆ ਜਾਂਦਾ ਸੀ ਨਾ, ਤੇ ਦਿੱਲੀ ਤੋਂ ਆਉਂਦਿਆਂ ਜਲੰਧਰ ਤੋਂ ਇਸ ਤੱਟ ਨੂੰ ਪਾਰ ਕੀਤਾ ਜਾਂਦਾ ਸੀ ਜਿੱਥੇ ਗੋਇੰਦਵਾਲ ਦਾ ਸਥਾਨ ਬਣਿਆ। ਇੱਥੇ ਪੱਤਨ ਬਣਦਾ ਸੀ, ਇੱਥੋਂ ਅੱਗੇ ਤਰਨਤਾਰਨ ਤੋਂ ਅੱਗੇ ਇਹ ਨੂਰ ਦੀ ਲਾਹੌਰ ਵਾਲੇ ਪਾਸੇ ਨੂੰ ਰਸਤਾ ਨਿਕਲਣਾ। ਜੀ। ਸੋ ਇਹ ਇਸ ਪਾਸੇ ਦੀ ਇਹ ਸ਼ਾਹੀ ਰਸਤਾ ਹੋਣ ਕਰਕੇ ਵੀ ਜਿਹੜਾ ਸੀ ਅਹਿਮ ਥਾਂ ਸੀ। ਜੀ। ਸੋ ਮਾਤਾ ਜੀ ਵੀ ਸੋਚਦੇ ਹੋਣਗੇ ਕਿ ਇਸ ਸਥਾਨ ਤੇ ਬਹੁਤੇ ਲੋਕੀ ਲੰਘਣਗੇ ਤੇ ਅਸੀਂ ਘੁੰਗਰੀਆਂ ਜਿਹੜੀਆਂ ਵੇਚਾਂਗੇ ਉਹ ਸਾਨੂੰ ਸੌਖੇ ਤਰੀਕੇ ਨਾਲ ਵਿਕ ਜਾਇਆ ਕਰਨਗੀਆਂ, ਕਿਉਂਕਿ ਜਿੱਥੇ ਲੋਕ ਬਹੁਤੇ ਹੋਣਗੇ, ਗਰੀਬ ਜ਼ਿਆਦਾ ਹੋਣਗੇ, ਤੇ ਗਰੀਬ ਹੀ ਘੁੰਗਰੀਆਂ ਖਾਣ ਦਾ ਜਿਹੜਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਸਤਾ ਭੋਜਨ ਹੈ। ਅਮੀਰ ਵਾਸਤੇ ਤਾਂ ਬਹੁਤ ਤਰ੍ਹਾਂ ਦੇ ਭੋਜਨ ਹੋਣਗੇ। ਸੋ ਗੁਰੂ ਰਾਮਦਾਸ ਮਹਾਰਾਜ ਤੇ ਧੰਨ ਗੁਰੂ
ਅਮਰਦਾਸ ਮਹਾਰਾਜ ਜਿੱਥੇ ਅਸਥਾਨ ਇਹ ਵਸਾਉਂਦੇ ਪਏ ਨੇ, ਉੱਥੇ ਗੁਰੂ ਰਾਮਦਾਸ ਜੀ, ਨਾਨੀ ਜੀ, ਹੋਰ ਬਹੁਤ ਸਾਰੀ ਸੰਗਤ ਜਿਹੜੀ ਸੀ ਉੱਥੇ ਜਾ ਕੇ ਉਹਨਾਂ ਨੇ ਵਸਣਾ ਉੱਥੇ ਕੀਤਾ। ਫਿਰ ਲਗਾਤਾਰ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਅਸਥਾਨ ਬਣਾਉਂਦੇ ਪਏ ਨੇ, ਸੇਵਾ ਕਰਾਉਂਦੇ ਨੇ। ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਉੱਥੇ ਨਾਲੇ ਤਾਂ ਸਵੇਰੇ ਘੁੰਗਣੀਆਂ ਵੇਚਦੇ ਨੇ, ਫਿਰ ਜਦੋਂ ਸਮਾਂ ਮਿਲਦਾ ਸਵੇਰੇ ਸ਼ਾਮ ਅੰਮ੍ਰਿਤ ਵੇਲੇ ਉਦੋਂ ਜਾ ਕੇ ਤੇ ਗੁਰੂ ਘਰ ਦੇ ਵਿੱਚੋਂ ਸੇਵਾ ਵੀ ਕਰਦੇ ਨੇ। ਤੇ ਬਹੁਤ ਸੇਵਾ ਕੀਤੀ ਨਿਸ਼ਚਾ ਦੇ ਨਾਲ, ਪ੍ਰੇਮ ਦੇ ਨਾਲ, ਬਿਨਾਂ ਕਿਸੇ ਲੋਭ ਤੋਂ, ਲਾਲਚ ਤੋਂ, ਭਾਵਨਾ ਦੇ ਨਾਲ, ਨਿਸ਼ਕਾਮ ਹੋ ਕਰਕੇ ਜਿਹੜੀ ਸੇਵਾ ਸੀ। ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਮਹਾਰਾਜ ਜੀ ਦਾ ਜੀਵਨ ਜਿਹੜਾ ਸੀ ਬਹੁਤਾ ਫਿਰ ਸਮਾਂ ਗੋਇੰਦਵਾਲ ਦੇ ਵਿੱਚ ਬਤੀਤ ਹੋਇਆ ਜੀ। ਸੋ ਬਿਲਕੁਲ ਬਹੁਤ ਹੀ ਸੁੰਦਰ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਸੰਗਤਾਂ ਦੇ ਨਾਲ ਕਰ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਅਸੀਂ ਇਤਿਹਾਸ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ। ਅੱਗੇ ਚੱਲਦੇ ਹਾਂ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਸੇਵਾ ਕਰਦੇ ਸਨ ਜੀ ਜੀ, ਤੇ ਸੇਵਾ ਤੋਂ ਹੀ ਕਹਿੰਦੇ ਕਿ ਦੇਖ ਕੇ ਪ੍ਰਭਾਵਿਤ ਹੋ ਕੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਜਿਹੜੇ ਉਹਨਾਂ ਕੋਲ ਆਏ ਕਿ ਬੇਟੀ ਦਾ ਜਿਹੜੇ ਸ਼ਾਦੀ ਕਰਨੀ ਆ, ਤਾਂ ਉਹ ਜ਼ਰੂਰ ਤੁਸੀਂ ਜ਼ਿਕਰ ਜਿਹੜਾ ਆ ਉਹ ਸੰਗਤਾਂ ਦੇ ਨਾਲ ਸਾਂਝਾ ਕਰੋ ਕਿ ਕੀ ਕਿਹਾ ਸੀਗਾ ਉਹਨਾਂ ਨੇ। ਬਿਲਕੁਲ ਜੀ, ਗੁਰੂ ਇਤਿਹਾਸ ਦੇ ਵਿੱਚੋਂ ਸਾਨੂੰ ਅੱਜ ਸਿੱਖਣਾ ਚਾਹੀਦਾ ਹੈ, ਕਿਉਂਕਿ ਅਸੀਂ ਪਰਿਵਾਰਾਂ ਵਾਲੇ ਹਾਂ, ਸਮਾਜਿਕ ਤੌਰ ਤੇ ਰਹਿੰਦੇ ਹਾਂ, ਅਸੀਂ ਧੀਆਂ ਦੇ ਰਿਸ਼ਤੇ ਵੀ ਕਰਨੇ ਹੁੰਦੇ ਨੇ। ਸੋ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਐਸੀਆਂ ਘਟਨਾਵਾਂ ਨੇ ਕਿ ਜੇ ਅਸੀਂ ਉਹਨਾਂ ਨੂੰ ਸਮਝ ਜਾਈਏ ਤੇ ਉਹਨਾਂ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਤੇ ਅਸੀਂ ਬਹੁਤ ਸਾਰੇ ਬੇਲੋੜੇ ਖਰਚਿਆਂ ਤੋਂ ਤੇ ਬਹੁਤ ਸਾਰੀਆਂ ਜਿਹੜੀਆਂ ਦੁਨਿਆਵੀ ਕੁਰੀਤੀਆਂ ਤੋਂ ਅਸੀਂ ਬਚ ਸਕਦੇ ਹਾਂ ਜੀ। ਇਤਿਹਾਸ ਕਹਿੰਦਾ ਹੈ ਕਿ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਨੇ। ਮਾਤਾ ਮਨਸਾ ਦੇਵੀ ਉਹਨਾਂ ਦਾ ਨਾਮ ਹੈ ਜੀ। ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਆ ਕੇ ਬੈਠੇ ਔਰ ਜਿਵੇਂ ਇੱਕ ਗ੍ਰਸਤੀ ਜੀਵਨ ਦੇ ਵਿੱਚ ਹਰ ਦੁੱਖ ਸੁੱਖ ਦੀ ਗੱਲ ਹੁੰਦੀ ਹੈ ਤੇ ਮਾਤਾ ਜੀ ਨੇ ਸੁਭਾਵਿਕ ਗੱਲ ਕਰਨੀ ਸ਼ੁਰੂ ਕੀਤੀ ਕਿ ਸਤਿਗੁਰੂ ਆਪਣੀ ਬੱਚੀ ਭਾਨੀ ਜਿਹੜੀ ਹੈ ਉਹ ਜਵਾਨ ਹੈ ਜੀ ਤੇ ਉਹਦਾ ਵਿਆਹ ਕਰਨਾ ਚਾਹੀਦਾ ਸਾਨੂੰ ਤੇ ਉਹਦੇ ਵਾਸਤੇ ਕੋਈ ਵਰ ਲੱਭਣ ਬਾਰੇ ਆਪਾਂ ਧਿਆਨ ਕਰੀਏ। ਸਤਿਗੁਰੂ ਮਹਾਰਾਜ ਸੁਭਾਵਿਕ ਤੌਰ ਤੇ ਆਖਦੇ ਨੇ ਕਿ ਦੱਸੋ ਕਿਵੇਂ ਦਾ ਲੜਕਾ ਚਾਹੀਦਾ ਹੈ ਜੀ। ਮਾਤਾ ਜੀ ਕਹਿੰਦੇ ਨੇ ਕਿ ਅੱਗੇ ਉਸ ਵੇਲੇ ਬੌਲੀ ਸਾਹਿਬ ਦੀ ਸੇਵਾ ਚੱਲਦੀ ਪਈ ਸੀ ਕਿ ਟੋਕਰੀ ਸਿਰ ਦੇ ਉੱਤੇ ਚੁੱਕ ਕੇ ਸੁੱਟ ਕਰਕੇ ਤੇ ਵਾਪਸ ਆਉਂਦੇ ਪਏ ਨੇ ਜੀ ਭਾਈ ਜੇਠਾ ਜੀ। ਤੇ ਸੋਹਣੇ ਬਹੁਤ ਸੀ, ਦਾੜਾ ਬਹੁਤ ਲੰਬਾ ਸੀ, ਬਹੁਤ ਸੋਹਣਾ ਸਰੀਰ ਸੀ ਤੇ ਇੰਨੀ ਨਿਮਰਤਾ ਹਰ ਵੇਲੇ ਬਾਣੀ ਰਸਨਾ ਦੇ ਉੱਤੇ ਰਹਿਣੀ ਜੀ। ਤੇ ਮਾਤਾ ਜੀ ਸਾਹਮਣੇ ਦੇਖ ਕੇ ਕਹਿੰਦੇ ਨੇ ਕਿ ਜਿਵੇਂ ਉਹ ਜੇਠਾ ਹੈ ਨਾ ਉਵੇਂ ਦਾ ਲੜਕਾ ਹੋਵੇ। ਜਿੱਦਾਂ ਕਈ ਵਾਰੀ ਅਸੀਂ ਤੁਲਨਾ ਕਰਦੇ ਨਾ, ਫਲਾਣੇ ਵਰਗਾ ਹੋਣਾ ਚਾਹੀਦਾ ਹੈ। ਬਿਲਕੁਲ। ਤੇ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠੇ ਵਾਲੇ ਦੇਖ ਕੇ ਕਹਿੰਦੇ ਚਲੋ ਠੀਕ ਆ ਮਨਸਾ ਦੇਵੀ ਜੀ, ਫਿਰ ਭਾਨੀ ਦੇ ਵਾਸਤੇ ਅਸੀਂ ਜੇਠੇ ਨੂੰ ਵਰ ਤੈਅ ਕਰ ਦਿੱਤਾ, ਹੁਣ ਜੇਠੇ ਦੇ ਨਾਲ ਭਾਨੀ ਦਾ ਵਿਆਹ ਕਰਾਂਗੇ ਜੀ। ਮਾਤਾ ਜੀ ਇੱਕਦਮ ਹੈਰਾਨ ਹੋਏ ਉਸ ਵੇਲੇ, ਹੱਥ ਜੋੜ ਕੇ ਆਖਦੇ ਸੱਚੇ ਪਾਤਸ਼ਾਹ ਤੁਹਾਡਾ ਚਲੋ ਬਚਨ ਅਟੱਲ ਨੇ, ਮੈਂ ਤੁਹਾਡੇ ਬਚਨਾਂ ਦੇ ਵਿਰੁੱਧ ਨਹੀਂ ਜਾ ਸਕਦੀ, ਪਰ ਇੱਕ ਬੇਨਤੀ ਮੇਰੀ ਜ਼ਰੂਰ ਹੈ ਕਿ ਮਾਂ ਹਮੇਸ਼ਾ, ਮਾਤਾ ਪਿਤਾ ਹਮੇਸ਼ਾ ਇਹ ਸੋਚਦੇ ਆ ਕਿ ਬੱਚੀ ਜਿਹੜੀ ਹੈ ਉਸ ਘਰ ਦੇ ਵਿੱਚ ਵਿਆਹੀ ਜਾਵੇ ਜਿੱਥੇ ਕੋਈ ਘਰ ਹੋਵੇ ਜੀ, ਜਿੱਥੇ ਉਹਦੇ ਕੋਈ ਰਿਸ਼ਤੇਦਾਰ ਚਾਰ ਹੋਣ ਜੀ, ਜਾਂ ਖਾਣ ਨੂੰ ਪਹਿਨਣ ਨੂੰ ਜਾਂ ਕੋਈ ਹੋਰ ਸੁੱਖ ਦੇ ਸਾਧਨ ਜਿਹੜੇ ਜ਼ਿੰਦਗੀ ਦੇ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ ਜੀ। ਤੇ ਜੇਠੇ ਵੱਲੇ ਦੇਖ ਕੇ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਨਾ ਤੇ ਉਹਦੇ ਮਾਤਾ ਪਿਤਾ ਜੀ ਹਨ, ਨਾ ਉਹਦਾ ਕੋਈ ਘਰ ਹੈ, ਨਾ ਉਹ ਪੜ੍ਹਿਆ ਲਿਖਿਆ ਹੈ, ਨਾ ਤਨ ਦੇ ਪਾਉਣ ਵਾਸਤੇ ਕੱਪੜੇ ਨੇ। ਮੈਂ ਆਪਣੀ ਬੱਚੀ ਨੂੰ ਇਹਦੇ ਲੜ ਤੇ ਲਾ ਦੇਵਾਂ ਪਰ ਇਹ ਮੇਰੀ ਧੀ ਨੂੰ ਰੱਖੇਗਾ ਕਿੱਥੇ, ਉਹਨੂੰ ਖਵਾਏਗਾ ਕੀ, ਇਹਦੇ ਕੋਲ ਤੇ ਆਪਣੀ ਜ਼ਿੰਦਗੀ ਚਲਾਉਣ ਵਾਸਤੇ ਵੀ ਪੂਰੇ ਸਾਧਨ ਮੌਜੂਦ ਨਹੀਂ ਜੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਕੇਵਲ ਤਨ ਨੂੰ ਨਹੀਂ ਦੇਖਣਾ, ਉਹਦੀ ਅੰਦਰ ਦੀ ਬਿਰਤੀ ਨੂੰ ਦੇਖੋ ਜੀ। ਰਾਮਦਾਸ ਉੱਪਰ ਇੰਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੈ ਕਿ ਤੁਸੀਂ ਦੇਖੋਗੇ ਸਮਾਂ ਆਏਗਾ ਕਿ ਜੈਸਾ ਕਰ ਰਾਮਦਾਸ ਦਾ ਹੋਵੇਗਾ ਤੈਸਾ ਸੰਸਾਰ ਵਿੱਚ ਕਿਸੇ ਦਾ ਨਹੀਂ ਹੋਵੇਗਾ ਜੀ। ਜੈਸੇ ਪਦਾਰਥ ਰਾਮਦਾਸ ਦੇ ਘਰ ਦੇ ਵਿੱਚ ਹੋਣਗੇ ਵੈਸੇ ਕਿਸੇ ਦੇ ਕੋਲ ਨਹੀਂ ਹੋਣਗੇ ਜੀ। ਜੈਸਾ ਤਨ ਦੇ ਉੱਤੇ ਪਾਉਣ ਵਾਸਤੇ ਕੱਪੜਾ ਰਾਮਦਾਸ ਦੇ ਕੋਲ ਹੋਵੇਗਾ ਤੈਸੇ ਕੱਪੜੇ ਵੀ ਕਿਸੇ ਦੇ ਕੋਲ ਨਹੀਂ ਹੋਣਗੇ। ਤੇ ਤੁਸੀਂ ਵਿਦਿਆ ਦੀ ਗੱਲ ਕਰਦੇ ਹੋ, ਜੈਸੀ ਵਿਦਿਆ ਰਾਮਦਾਸ ਦੇ ਕੋਲ ਹੈ ਤੈਸੀ ਵਿਦਿਆ ਕਿਸੇ ਕੋਲ ਨਹੀਂ ਹੋਏਗੀ। ਤੇ ਲੋਕ ਇਹ ਗੱਲਾਂ ਕਿਹਾ ਕਰਦੇ ਸੀ ਕਿ ਰਾਮਦਾਸ ਨਾਲ ਵਿਆਹ ਕਿੰਨੇ ਕਰਨਾ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੀ ਕਿ ਸਿੱਖਾਂ ਦੇ ਵਿੱਚ ਵਿਆਹ ਹੀ ਉਦੋਂ ਹੋਇਆ ਕਰਨਗੇ ਜਦੋਂ ਗੁਰੂ ਰਾਮਦਾਸ ਵਿੱਚ ਹੋਇਆ ਕਰਨਗੇ ਜੀ। ਭਾਵੇਂ ਕਿ ਅੱਜ ਦੇਖੋ ਸਿੱਖ ਦਾ ਵਿਆਹ ਹੁੰਦਾ ਹੈ ਜੀ, 1 ਘੰਟਾ ਭਾਵੇਂ ਕੀਰਤਨ ਕਰ ਲਓ, 2 ਘੰਟੇ ਕੀਰਤਨ ਹੋ ਜੇ, ਕਥਾ ਕਰੀ ਜਾਓ, ਪਰ ਵਿਆਹ ਉਨੀ ਦੇਰ ਤੱਕ ਸੰਪੰਨ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਵਿੱਚ ਨਹੀਂ ਹੁੰਦੇ, ਜਿੰਨੀ ਦੇਰ ਤੱਕ 4 ਲਾਵਾਂ ਦਾ ਪਾਠ ਨਹੀਂ ਹੁੰਦਾ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਫਿਰ ਨਿਸ਼ਚਿਤ ਤੌਰ ਤੇ ਜਿਹੜਾ ਸੀ ਉਹ ਰਿਸ਼ਤਾ ਕੀਤਾ ਗਿਆ।
ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਵਿਆਹ ਹੋਇਆ। ਜੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੋਲ ਬੁਲਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਦੱਸੋ ਦੁਨਿਆਵੀ ਤੌਰ ਤੇ ਅਸੀਂ ਮਰਿਆਦਾ ਜਿਵੇਂ ਸਮਾਜਿਕ ਬਣੀ ਹੋਈ ਹੈ ਜੀ ਕਿ ਦਹੇਜ ਦੇਈਦਾ ਹੈ, ਕਿ ਤੁਹਾਨੂੰ ਦਹੇਜ ਕੀ ਦਈਏ। ਜੀ ਗੁਰੂ ਰਾਮਦਾਸ ਮਹਾਰਾਜ ਨੇ ਉਸ ਵੇਲੇ ਆਖਿਆ ਸੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੇ ਦਾਜੋ, ਹਰ ਕੱਪੜ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਜੇ ਦਾਜ ਦੇਣਾ ਹੀ ਹੈ ਤੇ ਨਾਮ ਰੂਪੀ ਦਾਜ ਦਿਆ ਕਰੀਏ। ਆ ਦੁਨਿਆਵੀ ਚੀਜ਼ਾਂ ਤੇ ਦੇਣੇ ਅੱਜ ਹਨ ਤੇ ਕੱਲ ਨੂੰ ਖਤਮ ਹੋ ਜਾਂਦੀਆਂ, ਪਰ ਜਿਹੜੀ ਗੁਰਮਤ ਦੀ ਗੁੜਤੀ ਹੈ, ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੇ ਦੇਵਾਂਗੇ ਨਾ, ਤੇ ਉਹ ਅੰਦਰੋਂ ਬਾਣੀ ਦਾ ਜਿਹੜਾ ਸੋਮਾ ਹੈ ਉਹ ਹਮੇਸ਼ਾ ਹੀ ਚੱਲਦਾ ਰਹੇਗਾ, ਕਦੀ ਵੀ ਸੁੱਕਣਾ ਨਹੀਂ, ਉਸ ਸੋਮੇ ਨੇ ਕਦੀ ਵੀ ਮੁੱਕਣਾ ਨਹੀਂ। ਔਰ ਬੱਚਿਆਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਾਂਗਾ, ਕਿਉਂਕਿ ਦੇਸ਼ ਤੇ ਵਿਦੇਸ਼ ਵਿੱਚ ਸੰਗਤ ਸੁਣਦੀ ਹੈ, ਔਰ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਜਿਹੜੀਆਂ ਬੱਚੀਆਂ ਗੁਰਮਤ ਦੇ ਨਾਲ ਜੁੜੀਆਂ ਹੁੰਦੀਆਂ ਨਾ, ਉਹ ਦੋ ਘਰਾਂ ਦਾ ਸਵਾਰ ਜਾਂਦੀਆਂ ਨੇ, ਦੋ ਘਰਾਂ ਦਾ ਭਲਾ ਕਰ ਜਾਂਦੀਆਂ ਨੇ। ਇੱਕ ਤੇ ਆਪਣੇ ਮਾਪਿਆਂ ਦੇ ਘਰ ਦਾ, ਔਰ ਦੂਸਰਾ ਜਿਸ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਰਹਿਣਾ ਹੈ, ਵਸਣਾ ਹੈ, ਜਿੱਥੇ ਉਹਨਾਂ ਦਾ ਅਗਲਾ ਜੀਵਨ ਸ਼ੁਰੂ ਹੋਣਾ ਹੈ। ਸੋ ਇਹ ਗੁਰਮਤ ਬਹੁਤ ਕੁਝ ਸਾਨੂੰ ਸਿਖਾਉਂਦੀ ਏ, ਜੀਵਨ ਜਾਤ ਸਿਖਾਉਂਦੀ ਏ, ਕਿਵੇਂ ਰਿਸ਼ਤੇ ਨਿਭਾਉਣੇ ਨੇ ਉਹ ਸਿਖਾਉਂਦੀ ਏ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਅਸੀਂ ਸਿੱਖ ਸਕੀਏ ਗੁਰਮਤ ਦੇ ਵਿੱਚੋਂ। ਜੀ ਬਿਲਕੁਲ ਹੈ। ਸੋ ਬਿਲਕੁਲ ਬਹੁਤ ਅੱਛੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਉਹ ਗੁਰੂ ਰਾਮਦਾਸ ਜੀ ਦੇ ਵਿਆਹ ਤੇ ਬਾਬਤ ਜਿਹੜੀ ਜਾਣਕਾਰੀ ਸਾਂਝੀ ਕੀਤੀ। ਸੋ ਫਿਰ ਗੁਰਤਾ ਗੱਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਆ, ਗੁਰਿਆਈ ਫਿਰ ਕਦੋਂ ਪ੍ਰਾਪਤ ਹੁੰਦੀ ਹੈ, ਤਾਂ ਕੀ ਗੁਰਿਆਈ ਮਿਲਣ ਤੋਂ ਪਹਿਲਾਂ ਕੋਈ ਪਰਖ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ? ਜੀ ਬਿਲਕੁਲ ਬਿਲਕੁਲ। ਗੁਰਿਆਈ ਦੀ ਜਿਹੜੀ ਰਸਮ ਹੈ ਉਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਪਰਖ ਕਰਦੇ ਹਨ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਬਹੁਤ ਪਰਖਾਂ ਕੀਤੀਆਂ ਨੇ। ਇਤਿਹਾਸ ਬਹੁਤ ਸਾਖੀਆਂ ਮਿਲਦੀਆਂ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਵੇਂ ਪਰਖਿਆ ਸਤਿਗੁਰੂ ਮਹਾਰਾਜ ਜੀ ਨੇ। ਇੱਥੇ ਵੀ ਬਹੁਤ ਤਰ੍ਹਾਂ ਦੇ ਨਾਲ ਪਰਖ ਵੀ ਹੋਈ। ਗੁਰੂ ਅੰਗਦ ਦੇਵ ਮਹਾਰਾਜ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਪਰਖਦੇ ਰਹੇ ਨੇ। ਸੋ ਇੱਕ ਸਮਾਂ ਐਸਾ ਵੀ ਸੀ ਕਿ ਅਕਬਰ ਦੇ ਦਰਬਾਰ ਦੇ ਵਿੱਚ ਵੀ ਗੁਰਬਾਣੀ ਦੇ ਪ੍ਰਤੀ ਕਈ ਵਾਰੀ ਇਸ ਤਰ੍ਹਾਂ ਦੀ ਸਿੱਖੀ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਸ਼ੁਰੂਆਤ ਤੋਂ ਹੀ, ਕਿ ਇਕੱਲਾ ਇਹ ਨਹੀਂ ਕਿ ਔਰੰਗਜ਼ੇਬ ਦੇ ਦਰਬਾਰ 'ਚ ਹੀ ਰਾਮ ਰਾਏ ਗਿਆ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੇ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦਰਬਾਰ ਦੇ ਵਿੱਚ ਆਓ ਤੇ ਤੁਸੀਂ ਜਿਹੜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਅਸੀਂ ਇਹਦੇ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਕੋਈ ਇਸਲਾਮ ਦੇ ਵਿਰੁੱਧ ਤਾਂ ਨਹੀਂ ਕਰ ਰਹੇ ਜੀ। ਫਿਰ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ ਸੀ, ਤੇ ਭਾਈ ਜੇਠਾ ਜੀ ਇੰਨੇ ਸਿਆਣੇ ਵਿਦਵਾਨ ਸਨ, ਇੰਨੇ ਕਿਉਂ ਵਿਦਵਾਨ ਤੇ ਚਲੋ ਸੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਆਪ ਪ੍ਰਤੱਖ ਹਰ ਨੇ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਦੀ ਜੋਤ ਟਿੱਕੀ। ਪਰ ਉਸ ਸਮੇਂ ਯੋਗ ਜਾਣ ਕਰਕੇ ਹੀ ਸਤਿਗੁਰੂ ਮਹਾਰਾਜ ਜੀ ਨੇ ਲਾਹੌਰ ਭੇਜਿਆ। ਲਾਹੌਰ ਜਾ ਕੇ ਅਕਬਰ ਨੇ ਬਹੁਤ ਸਾਰੇ ਸਵਾਲ ਪੁੱਛੇ, ਜਿਨ੍ਹਾਂ ਸਵਾਲਾਂ ਦਾ ਉੱਤਰ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਿੱਤਾ, ਤੇ ਅਕਬਰ ਇੰਨਾ ਕੁ ਪ੍ਰਭਾਵਿਤ ਹੋਇਆ ਸਿੱਖੀ ਤੋਂ ਕਿ ਗੁਰੂ ਅਮਰਦਾਸ ਨੂੰ ਮਿਲਣ ਵਾਸਤੇ ਉਹ ਗੋਇੰਦਵਾਲ ਸਾਹਿਬ ਆਇਆ। ਮਹਾਰਾਜ ਨੇ ਕਿਹਾ ਮਿਲਾਂਗੇ ਬਾਅਦ ਵਿੱਚ, ਪਹਿਲੋਂ ਪੰਗਤ ਵਿੱਚ ਬੈਠੋ। ਫਿਰ ਉਹ ਪੰਗਤ ਵਿੱਚ ਬੈਠ ਕੇ ਉਹ ਪ੍ਰਸ਼ਾਦਾ ਵੀ ਉਹਨੇ ਛਕਿਆ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਤੇ ਬਹੁਤ ਸਾਰੀ ਜਿਹੜੀ ਜਗੀਰ ਸੀ ਉਹਨੇ ਗੁਰੂ ਘਰ ਨੂੰ ਭੇਟ ਵੀ ਕਰਨਾ ਕੀਤੀ। ਸੋ ਪਰਖ ਜਿਹੜੀ ਮੁੱਖ ਪਰਖ ਹੈ ਉਹ ਇਹ ਸੀ ਕਿ ਭਾਈ ਜੇਠਾ ਤੇ ਭਾਈ ਰਾਮਾ ਦੋਨੋਂ ਸਾਂਢੂ ਨੇ ਆਪਸ ਦੇ ਵਿੱਚ। ਬੀਬੀ ਭਾਨੀ ਬੀਬੀ ਦਾਨੀ ਦੋਨੋਂ ਭੈਣਾਂ ਨੇ, ਤੇ ਦੋਨਾਂ ਦੇ ਪਤੀ ਨੇ। ਬੀਬੀ ਭਾਨੀ ਜੀ ਦੇ ਪਤੀ ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ, ਤੇ ਬੀਬੀ ਦਾਨੀ ਦੇ ਪਤੀ ਭਾਈ ਰਾਮਾ ਜੀ ਸਨ। ਸੋ ਇੱਕ ਪਰਖ ਅਖੀਰਲੀ ਜਿਹੜੀ ਸੀ ਉਹ ਇਹ ਸੀ ਕਿ ਜਦੋਂ ਤੁਸੀਂ ਗੋਇੰਦਵਾਲ ਸਾਹਿਬ ਜਾਓ ਤੇ ਜਿੱਥੇ ਬੌਲੀ ਬਣੀ ਹੁੰਦੀ ਆਸੇ-ਪਾਸੇ ਥੜੇ ਬਣਾਉਣ ਵਾਸਤੇ ਹੁਕਮ ਕੀਤਾ। ਥੜੇ ਰੋਜ਼ ਬਣਨੇ। ਸਤਿਗੁਰੂ ਮਹਾਰਾਜ ਨੇ ਹੁਕਮ ਦੱਸ ਦਿੱਤਾ ਕਿ ਇਸਦਾ ਇੰਨਾ ਚੌੜਾ ਇੰਨਾ ਉੱਚਾ ਥੜਾ ਜਿਹੜਾ ਤੁਸੀਂ ਬਣਾਉਣਾ ਹੈ। ਸ਼ਾਮ ਨੂੰ ਜਾਣਾ ਤੇ ਮਹਾਰਾਜ ਨੇ ਕਹਿਣਾ ਢਾਹ ਦਿਓ, ਥੜਾ ਠੀਕ ਨਹੀਂ ਬਣਿਆ। ਦੋਨਾਂ ਨੇ ਢਾਹ ਦੇਣਾ। 5 ਕੁ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਰੋਜ਼ ਜਾਣਾ, ਥੜਾ ਢਾਹ ਦੇਣਾ, ਰੋਜ਼ ਜਾਣਾ, ਕਹਿਣਾ ਥੜਾ ਠੀਕ ਨਹੀਂ ਬਣਿਆ, ਢਾਹ ਦਿਓ। 5ਵੇਂ ਕੁ ਦਿਨ ਜਿਹੜਾ ਸੀ ਉਹ ਭਾਈ ਰਾਮਾ ਅੱਕ ਕੇ ਆਖਦਾ ਹੈ ਕਿ ਮੈਂ ਰੋਜ਼ ਸਹੀ ਬਣਾਉਣਾ ਹੈ ਤੇ ਇਸ ਤੋਂ ਵਧੀਆ ਬਣ ਹੀ ਨਹੀਂ ਸਕਦਾ, ਤੇ ਕੋਈ ਵੀ ਨਹੀਂ ਬਣਾ ਸਕਦਾ ਜੈਸਾ ਮੈਂ ਬਣਾ ਦਿੱਤਾ, ਇਸ ਕਰਕੇ ਮੈਂ ਅੱਜ ਤੋਂ ਬਾਅਦ ਬਣਾਉਣਾ ਨਹੀਂ ਤੇ ਨਾ ਹੀ ਮੈਂ ਢਾਉਣਾ ਹੈ। ਤੇ ਦੂਜੇ ਪਾਸੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਾ ਕੇ ਕਿਹਾ ਥੜਾ ਢਾਹ ਦਿਓ। ਉਹਨਾਂ ਨੇ ਵੀ ਥੜਾ ਢਾਇਆ, ਪਰ ਉਹਨਾਂ ਨੇ ਵੀ ਹੱਥ ਜੋੜ ਕੇ ਇਹ ਕਿਹਾ ਸੀ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਤੋਂ ਵੀ ਉਵੇਂ ਦਾ ਨਹੀਂ ਬਣਨਾ ਜਿਵੇਂ ਦਾ ਤੁਸੀਂ ਕਹਿੰਦੇ ਪਏ ਹੋ, ਕਿਉਂਕਿ ਤੁਸੀਂ ਸਮਰੱਥ ਹੋ, ਤੁਸੀਂ ਸਤਿਗੁਰੂ ਹੋ, ਮੈਂ ਅਲਪ ਬੁੱਧੀ ਦਾ ਮਾਲਕ ਹਾਂ। ਇਸ ਕਰਕੇ ਮਹਾਰਾਜ ਮੇਰੀ ਤੁਛ ਬੁੱਧੀ ਆ, ਤੁਸੀਂ ਜੇਕਰ ਕਿਰਪਾ ਕਰਕੇ ਸੀਸ ਤੇ ਹੱਥ ਰੱਖੋ ਤਾਂ ਮੈਂ ਤੁਹਾਡੀ ਮਨ ਮਰਜ਼ੀ ਦਾ ਥੜਾ ਬਣਾ ਸਕਦਾ ਹੈ, ਨਹੀਂ ਤੇ ਮਹਾਰਾਜ ਮੇਰੇ ਤੋਂ ਕਿੱਥੇ ਇੰਨੀ ਤਾਕਤ ਸ਼ਕਤੀ ਆ ਕਿ ਮੈਂ ਆਪਣੀ ਮਤ ਦੇ ਅਨੁਸਾਰ ਤੁਹਾਡੀ ਮਰਜ਼ੀ ਦਾ ਥੜਾ ਬਣਾ ਦੇਵਾਂ। ਸੋ ਉਸ ਤੋਂ ਬਾਅਦ ਵਿੱਚ ਜਿਹੜਾ ਸੀ ਅੱਜ ਵੀ ਉਹ ਥੜਾ ਤੁਸੀਂ ਦੇਖੋ ਮਹਾਰਾਜ ਜੀ ਦੀ ਯਾਦ ਵਿੱਚ ਬਿਲਕੁਲ ਬੌਲੀ ਸਾਹਿਬ ਦੇ ਨਾਲ ਉਹ ਬਣਿਆ ਹੋਇਆ ਹੈ। ਸੋ ਸਤਿਗੁਰੂ ਮਹਾਰਾਜ ਨੇ ਉਸ ਦਿਨ ਉਹ ਥੜਾ ਜਿਹੜਾ ਸੀ
ਤਿਆਰ ਕਰਵਾ ਕੇ ਕਿਹਾ। ਅਸਲ 'ਚ ਥੜਾ ਨਹੀਂ ਸੀ ਬਣਾ ਰਹੇ ਮਹਾਰਾਜ, ਉਹ ਥਾਂ ਬਣਾਉਂਦੇ ਪਏ ਸੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਟਿਕਣਾ ਹੈ। ਜੀ ਜੀ ਬਿਲਕੁਲ। ਸੋ ਗੁਰਤਾ ਗੱਦੀ ਦੀ ਪ੍ਰਾਪਤੀ ਤੋਂ ਬਾਅਦ ਦੇ ਵਿੱਚ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹੜੇ ਅਹਿਮ ਕਾਰਜ ਜਿਹੜੇ ਆ ਉਹ ਕੀਤੇ? ਹਾਂ, ਇਸ ਤੋਂ ਬਾਅਦ ਵਿੱਚ ਜਦੋਂ ਥੜੇ ਬਣਦੇ ਨੇ, ਇਸ ਤੋਂ ਬਾਅਦ ਵਿੱਚ ਇੱਕ ਸਮਾਂ ਆਉਂਦਾ ਕਿ ਲਾਹੌਰ ਤੋਂ ਵੀ ਕੁਝ ਸੋਢੀ ਚੱਲ ਕੇ ਆਏ ਸੀ ਜਿਨ੍ਹਾਂ ਨੇ ਸਤਿਗੁਰ ਮਹਾਰਾਜ ਤੇ ਉਂਗਲ ਵੀ ਚੁੱਕੀ ਕਿ ਤੁਸੀਂ ਜਵਾਈ ਬਣਾ ਕੇ ਕੰਮ ਕਰਾਉਂਦੇ ਪਏ ਹੋ, ਟੋਕਰੀਆਂ ਚੁਕਾਉਂਦੇ ਪਏ ਹੋ। ਉਸ ਤੋਂ ਬਾਅਦ ਵਿੱਚ ਸਤਿਗੁਰ ਮਹਾਰਾਜ ਨੇ ਜਦੋਂ ਪੂਰਨ ਪਰਖ ਦੇ ਵਿੱਚੋਂ ਗੁਰੂ ਰਾਮਦਾਸ ਜੀ ਖਰੇ ਉਤਰਦੇ ਨੇ, ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਭਾਈ ਜੇਠੇ ਦਾ ਬੌਲੀ 'ਚ ਇਸ਼ਨਾਨ ਕਰਾਓ। ਸਾਫ਼ ਵਸਤਰ ਪਵਾਏ ਗਏ, ਤਿਆਰੀ ਕਰਾ ਕਰਕੇ ਜਦੋਂ ਲੈ ਕੇ ਆਏ, ਗੁਰੂ ਅਮਰਦਾਸ ਮਹਾਰਾਜ ਆਪਣੇ ਮੰਜੇ ਤੋਂ ਆਸਣ ਤੋਂ ਖੜੇ ਹੋਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਸ ਆਸਣ ਤੇ ਬਿਠਾਇਆ। ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਜੀ ਦੇ ਨੇਤਰ ਜਿਹੜੇ ਸੀ ਉਹ ਪਾਣੀ ਜਲ ਨਾਲ ਭਰ ਆਏ, ਹਰ ਅੰਮ੍ਰਿਤ ਭਿੰਨੇ ਲੋਏ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਤੇ ਹੱਥ ਜੋੜ ਕੇ ਗੁਰੂ ਅਮਰਦਾਸ ਨੂੰ ਕਹਿੰਦੇ, ਮਹਾਰਾਜ ਤੁਸੀਂ ਤਾਂ ਇੰਨਾ ਹੀ ਕਹਿ ਦਿੰਦੇ ਕਿ ਮੈਂ ਤੁਹਾਡਾ ਸਿੱਖ ਹਾਂ ਤੇ ਮੇਰੇ ਵਾਸਤੇ ਤੇ ਇਹੀ ਬਹੁਤ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਇਹ ਇੰਨੀ ਬਖਸ਼ਿਸ਼ ਸਤਿਗੁਰ ਮਹਾਰਾਜ ਕਹਿੰਦੇ ਤੁਸੀਂ ਯੋਗ ਸੀ ਤੇ ਤੁਹਾਨੂੰ ਤਾਂ ਪ੍ਰਾਪਤ ਹੋਈ ਹੈ। ਸੋ ਰਾਮਕਲੀ ਸੱਧ ਵਾਰ ਜਿਹੜੀ ਉਹ ਇਤਿਹਾਸਿਕ ਇੱਕ ਸਰੋਤ ਹੈ ਇਸ ਗੱਲ ਦਾ ਕਿ ਗੁਰੂ ਸਾਹਿਬ ਜੀ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਜਾਂਦੀ ਆ, ਕੋਈ ਕਰ ਬਖੀਲੀ ਨਿਵੇਂ ਨਾ ਹੀ ਫਿਰ ਸਤਿਗੁਰੂ ਆਣ ਨਿਵਾਇਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਬਖੀਲੀ ਵਿਰੋਧ ਵੀ ਕੀਤਾ ਗਿਆ, ਪਰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਕਿ ਜਿਹੜਾ ਮੇਰਾ ਸਿੱਖ ਹੈ, ਮੇਰਾ ਪੁੱਤ ਹੈ, ਮੇਰਾ ਭਰਾ ਭਾਈ ਹੈ, ਉਹਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਝੁਕਣਾ ਪਏਗਾ। ਰਾਮਦਾਸ ਸੋਢੀ ਨੂੰ ਤਿਲਕ ਦੇ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ, ਰਾਮਦਾਸ ਸੋਢੀ ਤਿਲਕ ਦਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਇੱਕ ਬੜੀ ਵਿਲੱਖਣਤਾ ਵੀ ਇਸ ਗੱਲ ਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਗੁਰਤਾ ਗੱਦੀ ਜਿਹੜੀ ਹੈ ਇਹ ਹਯਾਤੀ ਦੇ ਵਿੱਚ ਹੀ ਦਿੱਤੀ ਗਈ, ਜਿਉਂਦਿਆਂ ਹੀ ਥਾਪਿਆ ਲਹਿਣਾ ਜੀਉਂਦੇ। ਸੋ ਸੱਚੇ ਪਾਤਸ਼ਾਹ ਮਹਾਰਾਜ ਇਸ ਗੱਲ ਨੂੰ ਜਾਣਦੇ ਨੇ ਕਿ ਬਾਅਦ ਵਿੱਚ ਕਈ ਵਾਰੀ ਜਿਹੜੇ ਨੇ ਕੋਈ ਹੋਰ ਦਾਅਵੇਦਾਰ ਵੀ ਉੱਠ ਖਲੋਂਦਾ ਹੈ। ਸੋ ਇਸ ਕਰਕੇ ਗੁਰੂ ਨਾਨਕ ਦੇ ਘਰ ਦੀ ਇਹ ਵਿਲੱਖਣਤਾ ਹੈ, ਜੋ ਤੋਹਾ ਜੁਗਤ ਸਾਇ ਸੈ ਕਾਇਆ ਫਿਰ ਪਲਟੀਏ। ਸੋ ਸਤਿਗੁਰੂ ਮਹਾਰਾਜ ਜੀ ਦੇ ਅਹਿਮ ਕਾਰਜ ਜਿਹੜੇ ਸਨ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਇੱਕ ਨਗਰ ਵਸਾਉਣਾ। ਉਹਨਾਂ ਨੇ ਆਪ ਕਿਹਾ ਕਿ ਇਹ ਅੰਮ੍ਰਿਤਸਰ ਇੱਥੇ ਇੱਕ ਕੇਂਦਰੀ ਸਥਾਨ ਬਣਾਉਣਾ ਹੈ ਜਿੱਥੇ ਅੱਜ ਹਰਿਮੰਦਰ ਸਾਹਿਬ ਹੈ। ਅੰਮ੍ਰਿਤਸਰ ਸਰੋਵਰ ਦੀ ਜਿਹੜੀ ਰਚਨਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ ਹੈ ਤੇ ਜਿਹੜਾ ਨਗਰ ਵਸਾਉਣ ਦੀ ਫਿਰ ਗੁਰੂ ਕਾ ਮਹਿਲ ਸਥਾਨ ਜਿੱਥੇ ਰਿਹਾਇਸ਼ ਰੱਖੀ ਗਈ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਵੀ ਰਿਹਾਇਸ਼ ਰੱਖੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਰੱਖੀ, ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਵੀ ਉਸੇ ਸਥਾਨ ਤੇ ਹੋਇਆ। ਸੰਤੋਖਸਰ ਸਰੋਵਰ ਦੀ ਸੇਵਾ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰੌਣਾ ਕੀਤੀ। ਸੋ ਇਹ ਸਭ ਤੋਂ ਵੱਡਾ ਵਿਸ਼ੇਸ਼ ਕਾਰਜ ਸੀ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਇਹ ਹਰਿਮੰਦਰ ਸਾਹਿਬ ਜੀ ਦੇ ਜੇ ਇਹ ਸਥਾਨ ਦੀ, ਇਸ ਨਗਰ ਦੀ ਜਿਹੜੀ ਸੀ ਉਹ ਰਚਨਾ, ਨੀਂਹ ਪੱਥਰ ਜਿਹੜਾ ਸੀ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਰੱਖਿਆ। ਇਸ ਨਗਰ ਨੂੰ ਵਸਾਉਣਾ ਕੀਤਾ। 52 ਕਿੱਤਿਆਂ ਦੇ ਲੋਕ ਜਿਹੜੇ ਸੀ, ਵੱਖ-ਵੱਖ ਜਿਹੜੇ ਹੁਨਰਮੰਦ ਸੀ, ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਕੰਮ ਕਰ ਖੋਲ੍ਹ ਕੇ ਦਿੱਤੇ ਕਿ ਇੱਥੇ ਵਸੋਂ ਹੋ ਸਕੇ। ਵਸ ਦੀ ਸਗਨ ਅਪਾਰ, ਬਹੁਤ ਸੰਘਣੀ ਆਬਾਦੀ ਜਿਹੜੀ ਸੀ ਇੱਥੇ ਵਸੀ। ਔਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਹਰ ਇੱਕ ਨੂੰ ਮਾਣ ਦਿੱਤਾ, ਹਰ ਇੱਕ ਨੂੰ ਜਿਹੜਾ ਸੀ ਉਹਨੂੰ ਵੱਖਰਾ ਸਤਿਕਾਰ ਹੁੰਦਾ, ਬਣਦਾ ਸਤਿਕਾਰ ਦਿੱਤਾ। ਇਹ ਨਹੀਂ ਕਿ ਕੋਈ ਖਾਸ ਜਗ੍ਹਾ ਚੁਣ ਕੇ ਤੇ ਵੱਡਿਆਂ ਨੂੰ ਉਹ ਥਾਂ ਦਿੱਤੀ ਹੋਵੇ ਤੇ ਦੂਸਰਿਆਂ ਨੀਵਿਆਂ ਨੂੰ ਨਹੀਂ। ਇਸ ਸਥਾਨ ਦੇ ਉੱਤੇ ਬਰਾਬਰਤਾ ਜਿਹੜੀ ਸੀ ਉਹ ਦੇਖਣ ਨੂੰ ਮਿਲੀ। ਜੀ ਸੋ ਬਿਲਕੁਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੁੱਚੇ ਜੀਵਨ ਇਤਿਹਾਸ ਦੇ ਉੱਤੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਨੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਇਸ ਬਾਬਤ ਸਮੁੱਚੀ ਜਾਣਕਾਰੀ ਸਾਂਝੀ ਕੀਤੀ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੀ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਮੁਬਾਰਕਬਾਦ। ਸੋ ਅੱਜ ਦੇ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੰਨਾ ਹੀ। ਸਿੰਘ ਸਾਹਿਬ ਜੀ ਦਾ ਕਰਦੇ ਹਾਂ ਧੰਨਵਾਦ ਤੇ ਇੱਥੇ ਹੀ ਸੰਗਤਾਂ ਤੋਂ ਆਗਿਆ ਚਾਹਾਂਗੇ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।